ਸ਼ਲੋਕ ਨਿਰਗੁਣਿਆਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਹੇ ਜੀਵ, ਹੇ ਗੁਣਹੀਨ ਇਨਸਾਨ, ਉਸ ਮਾਲਕ ਨੂੰ, ਉਸ ਵਾਹਿਗੁਰੂ ਨੂੰ ਸਦਾ ਯਾਦ ਕਰ। ਜਿਸ ਨੇ ਤੈਨੂੰ ਪੈਦਾ ਕੀਤਾ ਹੈ ਉਸ ਨੂੰ ਚਿੱਤ ਵਿੱਚ, ਮਨ ਵਿੱਚ ਯਾਦ ਰੱਖ, ਕਿਉਂਕਿ ਇੱਕ ਉਹੀ ਵਾਹਿਗੁਰੂ ਦਾ ਸਾਥ ਹੀ ਹੈ ਜੋ ਹਮੇਸ਼ਾ ਤੇਰੇ ਨਾਲ ਰਹੇਗਾ। ਬਾਕੀ ਹੋਰ ਸਭ ਸਾਥ ਰਸਤੇ ਵਿੱਚ ਹੀ ਛੁੱਟ ਜਾਣਗੇ। ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਗੁਰੂ ਜੀ ਫਰਮਾਵਣਾ ਕਰਦੇ ਹਨ ਕਿ ਹੇ ਇਨਸਾਨ, ਹੇ ਜੀਵ, ਉਸ ਸੋਹਣੇ ਵਾਹਿਗੁਰੂ ਦੇ, ਸੋਹਣੇ ਰਾਮ ਦੇ, ਸੋਹਣੇ ਹਰੀ ਦੇ ਗੁਣਾਂ ਨੂੰ ਯਾਦ ਕਰ। ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰਕੇ ਵੇਖ ਸ਼ੁਰੂ ਤੋਂ ਕਿ ਉਸਨੇ ਤੈਨੂੰ ਕਿਹੋ ਜਿਹਾ ਸੋਹਣਾ ਬਣਾ ਕੇ ਦਿਖਾਇਆ ਹੈ, ਕਿੰਨੇ ਸੋਹਣੇ ਤੇਰੇ ਨੈਣ ਨਕਸ਼ ਬਣਾਏ ਹਨ, ਕਿੰਨਾ ਸੋਹਣਾ ਤੇਰਾ ਸਰੀਰ ਬਣਾਇਆ ਹੈ। ਉਸਨੇ ਇਹ ਸਭ ਕੁਝ ਕਰਕੇ ਤੈਨੂੰ ਵਿਖਾਇਆ ਹੈ, ਤਾਂ ਘੱਟੋ ਘੱਟ ਉਸਦੇ ਇਹਨਾਂ ਗੁਣਾਂ ਨੂੰ ਤਾਂ ਯਾਦ ਰੱਖ। ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨਹਿ ਉਬਾਰਿਆ। ਜਿਸ ਵਾਹਿਗੁਰੂ ਨੇ ਤੈਨੂੰ ਸੋਹਣਾ ਬਣਾ ਕੇ ਸਵਾਰ ਕੇ ਤਿਆਰ ਕੀਤਾ ਹੈ, ਅਤੇ ਜਿਸ ਵਾਹਿਗੁਰੂ ਨੇ ਤੈਨੂੰ ਪੇਟ ਦੀ ਅੱਗ ਮਾਇਆ ਦੇ ਉਦਰ ਵਿੱਚ, ਉੱਥੇ ਵੀ ਤੇਰੀ ਰੱਖਿਆ ਕੀਤੀ ਹੈ, ਉਸ ਅੱਗ ਕੋਲੋਂ ਵੀ ਤੈਨੂੰ ਬਚਾਇਆ ਹੈ। ਬਾਰ ਵਿਵਸਥਾ ਤੁਝਹਿ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਦ। ਜਿਸ ਵਾਹਿਗੁਰੂ ਨੇ ਬਾਲ ਅਵਸਥਾ ਵਿੱਚ, ਬਚਪਨ ਵਿੱਚ ਬੱਚੇ ਨੂੰ ਪੀਣ ਵਾਸਤੇ ਦੁੱਧ ਦਾ ਉਪਰਾਲਾ ਕੀਤਾ ਹੈ, ਉਸ ਦਾ ਸਾਧਨ ਬਣਾਇਆ ਹੈ, ਭਾਵ ਉਸ ਦੀ ਪਾਲਣਾ ਕੀਤੀ ਹੈ। ਫਿਰ ਜਦੋਂ ਉਸਦੇ ਦੰਦ ਨਿਕਲ ਆਉਂਦੇ ਹਨ, ਬਚਪਨ ਤੋਂ ਬਾਅਦ ਜਵਾਨੀ ਵਿੱਚ ਵੀ ਭੋਜਨ ਹੋਰ ਸੁੱਖਾਂ ਦੀ ਮਹਾਰਾਜ ਬਖਸ਼ਿਸ਼ ਕਰਦਾ ਹੈ। ਹਰ ਇੱਕ ਉਹ ਜੀਵ ਜੋ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ, ਉਸਦੇ ਖਾਣ ਪੀਣ ਦਾ, ਉਸਦੇ ਭੋਜਨ ਦਾ, ਉਸਦੇ ਪਾਲਣ ਦਾ ਉਪਰਾਲਾ ਵਾਹਿਗੁਰੂ ਆਪ ਹੀ ਕਰਦਾ ਹੈ। ਬਿਰਧ ਭਇਆ ਉਪਰ ਸਾਕ ਸੈਨ ਮੁਖ ਪਿਆਓ ਬੈਠ ਕਉ ਦੈਨ। ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਇਨਸਾਨ, ਜਦ ਤੂੰ ਬੁੱਢਾ ਹੋ ਜਾਂਦਾ ਹੈ, ਤੇਰਾ ਸਰੀਰ ਬਿਰਧ ਹੋ ਜਾਂਦਾ ਹੈ, ਕੋਈ ਕੰਮ ਕਰਨ ਦੇ ਸਰੀਰ ਯੋਗ ਨਹੀਂ ਰਹਿੰਦਾ, ਲੰਬੀ ਉਮਰ ਹੋਣ ਕਰਕੇ ਉਸ ਵਕਤ ਵੀ, ਉਸ ਵੇਲੇ ਵੀ ਵਾਹਿਗੁਰੂ ਕੋਈ ਨਾ ਕੋਈ ਹੀਲਾ ਬਣਾ ਕੇ ਮੰਜੇ ਤੇ ਬੈਠੇ ਹੋਇਆਂ ਨੂੰ ਭੋਜਨ ਦਾ ਉਪਰਾਲਾ ਕਰ ਦਿੰਦਾ ਹੈ, ਖਾਣ ਪੀਣ ਦਾ ਹੀਲਾ ਕਰ ਦਿੰਦਾ ਹੈ। ਉਹ ਕਿਵੇਂ? ਵਾਹਿਗੁਰੂ ਉਹਨਾਂ ਦੇ ਕਿਸੇ ਸਾਕ ਸੱਜਣ ਸਮੇਲੀ ਦੋਸਤ ਜਾਂ ਕਿਸੇ ਆਂਢ ਗੁਆਂਢ ਦੇ ਇਨਸਾਨ ਦੇ ਮਨ ਵਿੱਚ ਅਜਿਹੀ ਪ੍ਰੇਰਨਾ ਪੈਦਾ ਕਰਦਾ ਹੈ ਵਾਹਿਗੁਰੂ ਕਿ ਉਹ ਬੰਦਾ ਇੱਕ ਸੇਵਾ ਭਾਵ ਸਮਝ ਕੇ ਉਸ ਬਿਰਧ, ਉਸ ਬਜ਼ੁਰਗ ਇਨਸਾਨ ਦੀ ਸੇਵਾ ਕਰਦਾ ਹੈ, ਉਸ ਨੂੰ ਰੋਟੀ ਪਾਣੀ ਦਿੰਦਾ ਹੈ। ਸੋ ਵਾਹਿਗੁਰੂ ਇਹ ਹੀਲਾ ਵੀ ਕਰ ਦਿੰਦਾ ਹੈ। ਇਸ ਲਈ ਹੇ ਇਨਸਾਨ, ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ। ਇਹ ਨਿਰਗੁਣ ਗੁਣ ਕਛ ਨਾ ਬੁਝੈ ਬਖਸ਼ ਲਿਹੋ ਤਉ ਨਾਨਕ ਸਿਜੈ। ਗੁਰੂ ਜੀ ਫਰਮਾ ਰਹੇ ਹਨ ਕਿ ਹੇ ਵਾਹਿਗੁਰੂ ਜੀ, ਇਹ ਗੁਣਹੀਨ ਇਨਸਾਨ, ਗੁਣਹੀਨ ਜੀਵ ਤੇਰਾ ਕੋਈ ਉਪਕਾਰ ਨਹੀਂ ਸਮਝਦਾ, ਤੇਰਾ ਕੋਈ ਗੁਣ ਨਹੀਂ ਪਾਉਂਦਾ, ਤੈਨੂੰ ਯਾਦ ਨਹੀਂ ਕਰਦਾ, ਭੁੱਲ ਜਾਂਦਾ ਹੈ। ਹਾਂ, ਜੇਕਰ ਤੁਸੀਂ ਆਪ ਮਿਹਰ ਕਰੋ ਤਾਂ ਇਸ ਦਾ ਜਨਮ ਮਨੋਰਥ ਸਿੱਧ ਹੋ ਜਾਂਦਾ ਹੈ, ਤਾਂ ਇਸ ਦਾ ਜਨਮ ਸਫਲਾ ਹੋ ਜਾਂਦਾ ਹੈ। ਇਹ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਨੇਤਾ ਸੰਗ ਹਸੈ। ਜਿਸ ਵਾਹਿਗੁਰੂ ਦੀ, ਜਿਸ ਪ੍ਰਭੂ ਦੀ ਕਿਰਪਾ ਨਾਲ ਹੇ ਜੀਵ ਤੂੰ ਧਰਤੀ ਉੱਤੇ ਸੁਖੀ ਵਸਦਾ ਹੈ, ਪੁੱਤਰ, ਭਰਾ, ਮਿੱਤਰ, ਇਸਤਰੀ ਨਾਲ ਹੱਸਦਾ ਹੈ, ਵਧੀਆ ਸਮੇਂ ਬਤੀਤ ਕਰਦਾ ਹੈ, ਸੁੱਖਾਂ ਦਾ ਆਨੰਦ ਮਾਣਦਾ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ। ਜਿਸ ਵਾਹਿਗੁਰੂ ਦੀ ਕਿਰਪਾ ਨਾਲ, ਉਸ ਦੀ ਮਿਹਰ ਨਾਲ ਇਹ ਇਨਸਾਨ ਤੂੰ ਠੰਡਾ ਪਾਣੀ ਪੀਂਦਾ ਹੈ, ਗਰਮੀਆਂ ਦੇ ਵਿੱਚ ਆਪਣੀ ਪਿਆਸ ਬੁਝਾਉਂਦਾ ਹੈ, ਉਸ ਪਾਣੀ ਦਾ ਆਨੰਦ ਮਾਣਦਾ ਹੈ। ਅਤੇ ਠੰਡਾਂ ਵਿੱਚ ਜਦੋਂ ਠੰਡ ਹੋ ਜਾਂਦੀ ਹੈ, ਠੰਡ ਵਿੱਚ ਫਿਰ ਅੱਗ ਬਾਲ ਕੇ ਉਸ ਅੱਗ ਦੇ ਸੇਕ ਤੋਂ ਆਪਣੇ ਸਰੀਰ ਨੂੰ ਆਰਾਮ ਪਾਉਂਦਾ ਹੈ। ਉਹ ਤੈਨੂੰ ਕਿਸ ਨੇ ਦਿੱਤੀ ਹੈ? ਉਸ ਵਾਹਿਗੁਰੂ ਨੇ ਦਿੱਤੀ ਹੈ, ਪਰ ਫਿਰ ਵੀ ਤੂੰ ਉਸ ਨੂੰ ਯਾਦ ਨਹੀਂ ਕਰਦਾ। ਜਿਹ ਪ੍ਰਸਾਦ ਭੋਗ ਹੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ। ਜਿਸ ਵਾਹਿਗੁਰੂ ਦੀ ਕਿਰਪਾ ਨਾਲ, ਉਸ ਦੀ ਮਿਹਰ ਸਦਕਾ ਇਹ ਇਨਸਾਨ ਤੂੰ ਸੰਸਾਰ ਦੇ ਸਾਰੇ ਰਸ ਭੋਗਦਾ ਹੈ, ਸਾਰੇ ਪਦਾਰਥਾਂ ਦੇ ਨਾਲ ਰਹਿੰਦਾ ਹੈ, ਭਾਵ ਸਾਰੇ ਪਦਾਰਥ ਤੈਨੂੰ ਮਿਲਣ ਵਾਸਤੇ ਵਰਤਦੇ ਹਨ, ਤੂੰ ਸਭ ਦਾ ਲਾਹਾ ਖੱਟਦਾ ਹੈ। ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਇਸ ਹੈ ਤਿਆਗ ਅਵਰ ਸੰਗ ਰਚਨਾ। ਇਸ ਪਰਮਾਤਮਾ ਨੇ ਤੈਨੂੰ ਅੱਖ, ਪੈਰ, ਕੰਨ, ਜੀਭ, ਹੱਥ ਆਦਿ ਵਗੈਰਾ ਇੰਦਰੀਆਂ ਦਿੱਤੀਆਂ ਹਨ। ਉਸ ਪ੍ਰਭੂ ਨੂੰ, ਉਸ ਵਾਹਿਗੁਰੂ ਨੂੰ ਵਿਸਾਰ ਕੇ, ਭੁੱਲ ਕੇ ਤੂੰ ਹੋਰਾਂ ਪਿੱਛੇ ਲੱਗਿਆ ਫਿਰਦਾ ਹੈ ਅਤੇ ਉਹਨਾਂ ਪਿੱਛੇ ਲੱਗ ਕੇ ਆਪਣਾ ਜਨਮ ਗਵਾ ਲੈਂਦਾ ਹੈ। ਐਸੇ ਦੋਖ ਮੂੜ ਅੰਧ ਵਿਆਪੈ ਨਾਨਕ ਕਾਢ ਲਿਹੋ ਪ੍ਰਭ ਆਪੈ। ਗੁਰੂ ਜੀ ਕਥਨ ਕਰਦੇ ਹਨ ਕਿ ਇਹ ਮੂਰਖ ਇਨਸਾਨ ਭਲਾਈ ਕਰਨ ਵਾਲੇ ਨੂੰ ਭੁੱਲ ਜਾਂਦੇ ਹਨ, ਜੋ ਇਹਨਾਂ ਦਾ ਭਲਾ ਕਰਦਾ ਹੈ ਉਸ ਨੂੰ ਵਿਸਾਰ ਦਿੰਦੇ ਹਨ।
ਇਹੋ ਜਿਹੇ ਔਗਣਾਂ ਵਿੱਚ ਮੂਰਖ ਇਨਸਾਨ ਫਸ ਰੱਖੇ ਹਨ। ਤਾਂ ਤੇ ਵਾਹਿਗੁਰੂ ਅੱਗੇ ਇਹਨਾਂ ਜੀਵਾਂ ਵਾਸਤੇ ਅਰਦਾਸ ਕੀਤੀ ਜਾਵੇ ਕਿ ਹੇ ਵਾਹਿਗੁਰੂ, ਹੇ ਪ੍ਰਭੂ, ਹੁਣ ਤਾਂ ਆਪ ਹੀ ਇਹਨਾਂ ਨੂੰ ਇਸ ਔਗਣਾਂ ਦੀ ਦਲਦਲ ਵਿੱਚੋਂ ਕੱਢ ਸਕਦੇ ਹੋ। ਆਪ ਕਿਰਪਾ ਕਰਕੇ ਇਹਨਾਂ ਨੂੰ ਇਸ ਦਲਦਲ ਵਿੱਚੋਂ ਕੱਢੋ। ਆਦ ਅੰਤ ਜੋ ਰੱਖਨ ਹਾਰ, ਤਿਸੁ ਪ੍ਰੀਤ ਨ ਕਰੇ ਗਵਾਰ। ਆਦ ਅੰਤ ਸ਼ੁਰੂ ਤੋਂ ਲੈ ਕੇ ਜਦੋਂ ਤੋਂ ਦੁਨੀਆ ਬਣੀ ਹੈ, ਸ੍ਰਿਸ਼ਟੀ ਬਣੀ ਹੈ, ਅਤੇ ਜਦੋਂ ਇਨਸਾਨ ਖਤਮ ਹੋ ਜਾਂਦਾ ਹੈ, ਸ੍ਰਿਸ਼ਟੀ ਖਤਮ ਹੋ ਜਾਂਦੀ ਹੈ। ਭਾਵ ਜਨਮ ਤੋਂ ਲੈ ਕੇ ਮਰਨ ਸਮੇਂ ਤੱਕ ਜੋ ਵਾਹਿਗੁਰੂ ਇਸ ਦੀ ਰਾਖੀ ਕਰਦਾ ਹੈ, ਇਸ ਦਾ ਪਾਲਣ ਪੋਸ਼ਣ ਕਰਦਾ ਹੈ, ਇਸ ਨੂੰ ਰੋਟੀ ਪਾਣੀ ਦਿੰਦਾ ਹੈ, ਹੋਰ ਧਨ ਪਦਾਰਥ ਵੀ ਦਿੰਦਾ ਹੈ। ਪਰ ਇਹ ਮੂਰਖ ਇਨਸਾਨ ਉਸ ਵਾਹਿਗੁਰੂ ਨੂੰ ਪਿਆਰ ਨਹੀਂ ਕਰਦਾ, ਉਸ ਨੂੰ ਯਾਦ ਨਹੀਂ ਕਰਦਾ, ਉਸ ਦੀ ਸ਼ਰਨੀ ਨਹੀਂ ਪੈਂਦਾ। ਜਾ ਕੀ ਸੇਵਾ ਨਵਨਿਤ ਪਾਵੈ, ਤਾਸਿਓ ਮੂੜਾ ਮਨ ਨਹੀਂ ਲਾਵੈ। ਜਿਸ ਵਾਹਿਗੁਰੂ ਦੀ ਸੇਵਾ ਕਰਨ ਨਾਲ, ਉਸ ਦੀ ਭਗਤੀ ਕਰਨ ਨਾਲ ਇਨਸਾਨ ਨੂੰ ਨੌ ਨਿਧੀਆਂ, ਸਾਰੀ ਦੁਨੀਆ ਦੇ ਖਜ਼ਾਨੇ ਪਦਾਰਥ ਮਿਲ ਜਾਂਦੇ ਹਨ, ਉਸ ਵਾਹਿਗੁਰੂ ਦੇ ਨਾਲ ਇਹ ਇਨਸਾਨ ਜੁੜਦਾ ਨਹੀਂ, ਉਸ ਦਾ ਨਾਮ ਨਹੀਂ ਜਪਦਾ, ਮਨ ਵਿੱਚ ਉਸ ਨੂੰ ਯਾਦ ਨਹੀਂ ਕਰਦਾ। ਜੋ ਠਾਕੁਰ ਸਦ ਸਦਾ ਹਜੂਰੈ, ਤਾ ਕਉ ਅੰਧਾ ਜਾਣਤ ਦੂਰੈ। ਜੋ ਵਾਹਿਗੁਰੂ ਪਰਮੇਸ਼ਰ ਇਸ ਦੇ ਅੰਗ ਸੰਗ ਹੈ, ਇਸ ਇਨਸਾਨ ਦੇ ਹਮੇਸ਼ਾ ਨਾਲ ਰਹਿੰਦਾ ਹੈ, ਹਰ ਸਮੇਂ ਇਸ ਦੀ ਰਾਖੀ ਕਰਦਾ ਹੈ, ਉਸ ਵਾਹਿਗੁਰੂ ਨੂੰ, ਪਰਮੇਸ਼ਰ ਨੂੰ ਇਹ ਅੰਨਾ ਮਨੁੱਖ, ਇਹ ਮੂਰਖ ਮਨੁੱਖ ਕਿਤੇ ਦੂਰ ਬੈਠਾ ਸਮਝਦਾ ਹੈ। ਇਹ ਸਮਝਦਾ ਹੈ ਕਿ ਕਿਤੇ ਰੱਬ ਬਾਹਰ ਜੰਗਲਾਂ ਵਿੱਚ ਹੈ। ਜਾ ਕੀ ਟਹਿਲ ਪਾਵੈ ਦਰਗਹਿ ਮਾਨ, ਤਿਸਹਿ ਵਿਸਾਰੈ ਮੁਗਧ ਅਜਾਨ। ਇਸ ਪਰਮੇਸ਼ਰ ਦੀ ਭਗਤੀ ਕੀਤਿਆਂ ਇਸ ਜੀਵ ਨੂੰ ਦਰਗਾਹ ਵਿੱਚ ਮਾਣ ਮਿਲਦਾ ਹੈ, ਆਦਰ ਸਤਿਕਾਰ ਮਿਲਦਾ ਹੈ। ਇਹ ਮੂਰਖ ਤੇ ਅਣਜਾਣ ਜੀਵ ਉਸ ਵਾਹਿਗੁਰੂ ਨੂੰ, ਉਸ ਪਰਮੇਸ਼ਰ ਨੂੰ ਹੀ ਵਿਸਾਰ ਬੈਠਦਾ ਹੈ। ਸਦਾ ਸਦਾ ਇਹ ਭੁੱਲਨ ਹਾਰ, ਨਾਨਕ ਰਾਖਨ ਹਾਰ ਅਪਾਰ। ਗੁਰੂ ਜੀ ਫਰਮਾਉਂਦੇ ਹਨ ਕਿ ਕਿਹੜਾ ਕਿਹੜਾ ਔਗਣ ਵਿਚਾਰੀਏ ਇਸ ਜੀਵ ਦਾ, ਇਹ ਤਾਂ ਸਦਾ ਹੀ ਹਮੇਸ਼ਾ ਹੀ ਭੁੱਲਾਂ ਕਰਦਾ ਹੀ ਰਹਿੰਦਾ ਹੈ। ਤਾਂ ਤੇ ਹੇ ਵਾਹਿਗੁਰੂ, ਤੁਸੀਂ ਰੱਖਿਆ ਕਰਨ ਵਾਲੇ ਹੋ, ਪ੍ਰਭੂ ਹੋ, ਬੇਅੰਤ ਹੋ, ਤੁਸੀਂ ਇਹਨਾਂ ਦੇ ਔਗਣਾਂ ਵੱਲ ਨਹੀਂ ਦੇਖਦੇ, ਤੁਸੀਂ ਹਮੇਸ਼ਾ ਹੀ ਇਹਨਾਂ ਦਾ ਭਲਾ ਸੋਚਦੇ ਹੋ। ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਝੂਠ ਸੰਗ ਮਚੈ। ਇਹ ਮਾਇਆਧਾਰੀ ਜੀਵ, ਮਨਮੁਖ ਇਨਸਾਨ ਉਸ ਵਾਹਿਗੁਰੂ ਦੇ ਨਾਮ ਦਾ ਅਮੋਲਕ ਰਤਨ ਛੱਡ ਕੇ ਮਾਇਆ ਰੂਪੀ ਕੌਡੀ ਨਾਲ ਹੀ ਖੁਸ਼ ਹੋਇਆ ਫਿਰਦਾ ਹੈ। ਉਸ ਸੱਚੇ ਵਾਹਿਗੁਰੂ ਨੂੰ ਛੱਡ ਕੇ ਨਾਸ਼ਵੰਤ ਪਦਾਰਥਾਂ ਵੱਲ ਖਿੱਚਿਆ ਰਹਿੰਦਾ ਹੈ, ਉਹਨਾਂ ਵਿੱਚ ਹੀ ਲਿਪਟਿਆ ਰਹਿੰਦਾ ਹੈ। ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜਿਹੜੀ ਮਾਇਆ, ਜਿਹੜਾ ਘਰ-ਬਾਰ, ਜਿਹੜਾ ਪਰਿਵਾਰ ਇਸਨੇ ਛੱਡ ਜਾਣਾ, ਇਨਸਾਨ ਦੇ ਨਾਲ ਨਹੀਂ ਜਾਣਾ, ਉਸ ਨੂੰ ਤਾਂ ਇਹ ਇਨਸਾਨ ਸਦਾ ਅਟਲ ਰਹਿਣ ਵਾਲਾ ਸਮਝਦਾ ਹੈ, ਸਥਿਰ ਸਮਝਦਾ ਹੈ। ਪਰ ਜਿਹੜੀ ਮੌਤ ਇੱਕ ਨਾ ਇੱਕ ਦਿਨ ਜ਼ਰੂਰ ਆਉਣੀ ਹੈ, ਜੋ ਸਭ ਨੂੰ ਵਾਪਰਨੀ ਹੈ, ਉਸ ਮੌਤ ਦਾ ਖਿਆਲ ਮਨ ਵਿੱਚੋਂ ਕੱਢ ਬੈਠਾ ਹੈ। ਉਸ ਮੌਤ ਨੂੰ ਤਾਂ ਕਿਤੇ ਦੂਰ ਬੈਠੀ ਸਮਝਦਾ ਹੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ। ਹਾਂ, ਜੋ ਵਸਤੂ ਇਸ ਦੇ ਨਾਲ ਨਹੀਂ ਜਾਣੀ, ਛੱਡ ਜਾਣੀ ਹੈ, ਜਿਸ ਦਾ ਇਸ ਨੂੰ ਕੋਈ ਫਾਇਦਾ ਨਹੀਂ, ਉਸ ਧਨ ਵਾਸਤੇ, ਮਾਇਆ ਵਾਸਤੇ, ਹੋਰ ਸਾਧਨਾਂ ਵਾਸਤੇ ਨਿੱਤ ਹੀ ਖੇਚਲ ਕਰਦਾ ਰਹਿੰਦਾ ਹੈ, ਹਰ ਰੋਜ਼ ਹੀ ਖਪਿਆ ਰਹਿੰਦਾ ਹੈ। ਪਰ ਜੋ ਵਾਹਿਗੁਰੂ, ਜੋ ਪ੍ਰਭੂ ਇਸ ਦਾ ਰਾਖਾ ਹੈ, ਜੋ ਹਮੇਸ਼ਾ ਇਸ ਦੇ ਨਾਲ ਰਹਿੰਦਾ ਹੈ ਅਤੇ ਅੱਗੇ ਵੀ ਸਹਾਇਤਾ ਕਰਨ ਵਾਲਾ ਹੈ, ਉਸ ਵਾਹਿਗੁਰੂ ਨੂੰ ਇਹ ਵਿਸਾਰ ਦਿੰਦਾ ਹੈ, ਉਸ ਨੂੰ ਭੁੱਲ ਬੈਠਦਾ ਹੈ। ਚੰਦਨ ਲੇਪ ਉਤਾਰੈ ਧੋਏ, ਗਰਦਬ ਪ੍ਰੀਤ ਭਸਮ ਸੰਗ ਹੋਏ। ਗਰਦਬ ਪ੍ਰੀਤ ਕਹਿੰਦੇ ਨੇ ਖੋਤੇ ਦਾ ਪਿਆਰ। ਗੁਰੂ ਜੀ ਕਹਿੰਦੇ ਇਨਸਾਨ ਦਾ ਪਿਆਰ ਇੱਕ ਖੋਤੇ ਦੇ ਪਿਆਰ ਦੀ ਤਰ੍ਹਾਂ ਹੈ। ਕੁਮਹਾਰਾਂ ਦੇ ਘਰਾਂ 'ਚ ਹੁੰਦੇ ਹੀ ਸਨ ਖੋਤੇ। ਗੁਰੂ ਜੀ ਫਰਮਾ ਰਹੇ ਹਨ, ਕਹਿੰਦੇ ਜੇ ਖੋਤੇ ਨੂੰ ਚੰਦਨ ਦਾ ਲੇਪ ਵੀ ਲਾ ਦਿੱਤਾ ਜਾਵੇ, ਉਸ ਨੂੰ ਵਧੀਆ ਬਣਾਇਆ ਜਾਵੇ, ਵਧੀਆ ਚੀਜ਼ ਦਿੱਤੀ ਜਾਵੇ, ਫਾਇਦੇਮੰਦ ਚੀਜ਼ ਦਿੱਤੀ ਜਾਵੇ, ਪਰ ਫਿਰ ਵੀ ਉਹ ਲੇਪ ਨਾਲ ਖੁਸ਼ ਨਹੀਂ ਹੁੰਦਾ। ਉਹ ਲੇਪ ਨੂੰ ਲਾਹ ਕੇ ਸਵਾਹ ਵਿੱਚ ਹੀ ਲਿਟਦਾ। ਕਿਉਂ? ਕਿਉਂਕਿ ਸਵਾਹ ਨਾਲ ਹੀ ਉਸ ਨੂੰ ਪਿਆਰ ਹੁੰਦਾ ਹੈ, ਸਵਾਹ ਹੀ ਉਸ ਨੂੰ ਚੰਗੀ ਲੱਗਦੀ ਹੈ, ਚੰਦਨ ਨਹੀਂ ਚੰਗੀ ਲੱਗਦੀ। ਇਹੀ ਗੱਲ ਇਨਸਾਨ ਦੀ ਹੈ। ਇਨਸਾਨ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ, ਪਰ ਮਾਇਆ ਰੂਪੀ ਸਵਾਹ ਚੰਗੀ ਲੱਗਦੀ ਹੈ, ਇਸ ਲਈ ਉਸ ਦੇ ਵਿੱਚ ਹੀ ਲਿਟਦਾ ਰਹਿੰਦਾ ਹੈ। ਅੰਧਕੂਪ ਮਹਿ ਪਤਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਗੁਰੂ ਜੀ ਫਰਮਾ ਰਹੇ ਹਨ ਕਿ ਇਹ ਇਨਸਾਨ, ਇਹ ਜੀਵ ਮਾਇਆ ਦੇ ਹਨੇਰੇ ਅਤੇ ਭਿਆਨਕ ਡੂੰਘੇ ਖੂਹ ਵਿੱਚ ਡਿੱਗ ਪਏ ਹਨ। ਇਸ ਲਈ ਹੇ ਵਾਹਿਗੁਰੂ, ਹੇ ਦਿਆਲੂ ਪ੍ਰਭੂ, ਤੁਸੀਂ ਆਪ ਹੀ ਇਹਨਾਂ ਨੂੰ ਇਸ ਖੂਹ ਵਿੱਚੋਂ ਕੱਢ ਸਕਦੇ ਹੋ ਅਤੇ ਤੁਸੀਂ ਆਪ ਹੀ ਕਿਰਪਾ ਕਰਕੇ ਇਹਨਾਂ ਨੂੰ ਖੂਹ ਵਿੱਚੋਂ ਕੱਢ ਲਵੋ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਗੁਰੂ ਜੀ ਕਥਨ ਕਰਦੇ ਹਨ ਕਿ ਭਾਵੇਂ ਜਾਤ ਮਨੁੱਖ ਦੀ ਹੈ,
ਸਰੀਰ ਜੋ ਹੈ ਉਹ ਇਨਸਾਨ ਦਾ ਹੈ, ਭਾਵ ਮਨੁੱਖਾ ਸ਼੍ਰੇਣੀ ਵਿੱਚੋਂ ਜੰਮਿਆ ਹੈ, ਪਰ ਇਸ ਦੇ ਕੰਮ, ਇਸ ਦੀ ਕਰਤੂਤ ਉਹ ਪਸ਼ੂਆਂ ਵਾਲੇ ਹਨ। ਦੇਖਣ ਨੂੰ ਇਨਸਾਨ ਹੈ ਪਰ ਕੰਮ ਪਸ਼ੂਆਂ ਵਾਲੇ ਹਨ। ਪਰ ਉਂਝ ਲੋਕਾਂ ਨੂੰ ਦਿਖਾਉਣ ਵਾਸਤੇ ਰਾਤ ਚੰਗੇ ਕੰਮਾਂ ਦਾ ਵਿਖਾਵਾ ਕਰਦਾ ਹੈ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀ ਕਛੁ ਕਰ ਛਪਾਇਆ। ਸਰੀਰ ਉੱਤੇ ਬਾਹਰਲਾ ਜਿਹੜਾ ਪਹਿਰਾਵਾ ਹੈ, ਜਿਹੜੀ ਪੋਸ਼ਾਕ ਹੈ, ਉਹ ਬੇਸ਼ੱਕ ਕੋਈ ਧਾਰਮਿਕ ਪਹਿਨ ਲਵੇ, ਸਾਧੂਆਂ ਵਾਲੀ ਪਹਿਨ ਲਵੇ, ਸੰਤਾਂ ਵਾਲੀ ਪਹਿਨ ਲਵੇ। ਬਾਹਰਲਾ ਭੇਖ ਇਨਸਾਨ ਬਦਲ ਸਕਦਾ ਹੈ, ਪਰ ਮਨ ਵਿੱਚ ਤਾਂ ਹਮੇਸ਼ਾ ਮਾਇਆ ਦੀ ਮੈਲ ਰਹਿੰਦੀ ਹੈ, ਹਉਮੈ ਦੀ ਮੈਲ ਰਹਿੰਦੀ ਹੈ। ਇਸ ਲਈ ਬਾਹਰਲੇ ਭੇਖ ਨਾਲ ਅੰਦਰਲੀ ਮੈਲ ਨੂੰ ਛੁਪਾਉਣ ਦਾ ਯਤਨ ਕਰਦਾ ਹੈ ਇਨਸਾਨ। ਗੁਰੂ ਜੀ ਕਹਿੰਦੇ ਹਨ ਕਿ ਮਨ ਦੀ ਮੈਲ ਕਦੇ ਲੁਕਦੀ ਨਹੀਂ ਰਹਿੰਦੀ, ਉਹ ਹਮੇਸ਼ਾ ਪ੍ਰਗਟ ਹੋ ਜਾਂਦੀ ਹੈ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸੁਹਾਨ। ਬਾਹਰਲੇ ਲੋਕਾਂ ਨੂੰ ਵਿਖਾਵਾ ਵਾਸਤੇ, ਦਿਖਾਉਣ ਵਾਸਤੇ ਤੀਰਥ ਇਸ਼ਨਾਨ, ਦਰਸ਼ਨ ਮੇਲੇ, ਹੋਰ ਗਿਆਨ ਦੀਆਂ ਗੱਲਾਂ ਕਰਨੀਆਂ। ਲੋਕ ਵਿਖਾਵੇ ਵਾਸਤੇ, ਲੋਕਾਂ ਨੂੰ ਵਿਖਾਉਣ ਵਾਸਤੇ ਕਈ ਤਾਂ ਸਮਾਧੀਆਂ ਵੀ ਲਾ ਲੈਂਦੇ ਨੇ, ਪਰ ਮਨ ਵਿੱਚ ਹਮੇਸ਼ਾ ਲੋਭ ਰੂਪੀ ਕੁੱਤਾ ਬੈਠਾ ਹੀ ਰਹਿੰਦਾ ਹੈ। ਉਹਨਾਂ ਦੇ ਦਰਵਾਜ਼ੇ ਤੋਂ ਜਾਂਦਾ ਨਹੀਂ ਰਹਿੰਦਾ, ਜਿੰਨਾ ਮਰਜ਼ੀ ਜ਼ੋਰ ਲਾ ਲੈਣ। ਅੰਤਰ ਅਗਨ ਬਾਹਰ ਤਨ ਸੁਆਹਾ, ਗਲ ਪਾਥਰ ਕੈਸੇ ਤਰੇ ਅਥਾਹ। ਗੁਰੂ ਜੀ ਫਰਮਾ ਰਹੇ ਹਨ ਕਿ ਮਨ ਵਿੱਚ ਤਾਂ ਤ੍ਰਿਸ਼ਨਾ ਦੀ ਅੱਗ ਬਲ ਰਹੀ ਹੈ, ਅੰਦਰ ਤਾਂ ਤੇਰੇ ਅੱਗ ਹੈ, ਪਰ ਬਾਹਰ ਤੋਂ ਸਰੀਰ ਉੱਤੇ ਸੁਆਹ ਮਲੀ ਹੈ। ਲੋਕਾਂ ਨੂੰ ਵਿਖਾਉਣ ਵਾਸਤੇ ਤੂੰ ਸੰਨਿਆਸੀ ਹੈ, ਪਰ ਅੰਦਰ ਮਾਇਆ ਦੀ ਤ੍ਰਿਸ਼ਨਾ ਹੈ। ਇਹ ਇਸ ਤਰ੍ਹਾਂ ਹੋ ਗਿਆ ਜਿਵੇਂ ਗਲ ਵਿੱਚ ਵੱਡਾ ਭਾਰੀ ਪੱਥਰ, ਵਿਕਾਰਾਂ ਦਾ ਪੱਥਰ ਬੰਨ੍ਹ ਦਿੱਤਾ ਜਾਵੇ ਕਿਸੇ ਇਨਸਾਨ ਦੇ, ਅਤੇ ਉਸ ਨੂੰ ਸਮੁੰਦਰ ਵਿੱਚ, ਸੰਸਾਰ ਸਮੁੰਦਰ ਵਿੱਚ ਸਿੱਟ ਦਈਏ, ਤਾਂ ਉਹ ਜੀਵ ਕਿਵੇਂ ਤਰੇਗਾ? ਕਿਸੇ ਦੇ ਗਲ ਵਿੱਚ ਪੱਥਰ ਬੰਨਿਆ ਹੋਵੇ ਵਜਨ ਦੇ ਨਾਲ, ਉਹ ਕਿਵੇਂ ਤਰ ਸਕਦਾ ਹੈ? ਉਹ ਵੀ ਸੰਸਾਰ ਸਾਗਰ ਨੂੰ, ਸਮੁੰਦਰ ਨੂੰ। ਉਹ ਵਿਕਾਰਾਂ ਦਾ ਵਜਨ, ਵਿਕਾਰਾਂ ਦਾ ਪੱਥਰ ਉਹ ਇਨਸਾਨ ਨੂੰ ਡੁਬੋ ਦਿੰਦਾ ਹੈ। ਜਾ ਕੈ ਅੰਤਰ ਬਸੈ ਪ੍ਰਭ ਆਪ, ਨਾਨਕ ਤੇ ਜਨ ਸਹਿਜ ਸਮਾਤ। ਤਾਂ ਤੇ ਗੁਰੂ ਜੀ ਫਰਮਾ ਰਹੇ ਹਨ ਕਿ ਜਿਸ ਮਨੁੱਖ ਦੇ, ਜਿਸ ਇਨਸਾਨ ਦੇ, ਜਿਸ ਗੁਰਸਿੱਖ ਦੇ ਹਿਰਦੇ ਵਿੱਚ, ਮਨ ਵਿੱਚ ਪ੍ਰਭੂ ਆਪ ਆ ਕੇ ਵਸਦਾ ਹੈ, ਉਹੀ ਲੋਕ, ਉਹੀ ਸਾਧੂ ਜਨ ਅਡੋਲ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਮਾਇਆ ਅੱਗੇ ਟਿਕਣਾ ਵੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਸੁਨ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲੇਹੋ ਓੜ ਨਿਭਾਵੈ। ਗੁਰੂ ਜੀ ਸਾਨੂੰ ਸਮਝਾਉਣ ਵਾਸਤੇ ਦੱਸ ਰਹੇ ਹਨ ਕਿ ਜੇ ਕਿਸੇ ਅੰਨੇ ਇਨਸਾਨ ਨੂੰ, ਅੰਨੇ ਮਨੁੱਖ ਨੂੰ ਕੋਈ ਰਾਹ ਦੱਸਿਆ ਜਾਵੇ ਕਿ ਭਾਈ ਆਹ ਰਾਹ ਫਲਾਨਾ, ਇੱਥੋਂ ਇੱਥੇ ਇੰਨੀ ਕਿਲੋਮੀਟਰ ਤੇ ਤੂੰ ਜਾਣਾ ਹੈ, ਇਹ ਤਾਂ ਹੁਣ ਤੁਸੀਂ ਆਪ ਸੋਚੋ ਕਿ ਅੰਨਾ ਇਨਸਾਨ ਰਸਤਾ ਕਿਵੇਂ ਲੱਭ ਸਕਦਾ ਹੈ? ਉਸਨੂੰ ਜਿੰਨਾ ਤੁਸੀਂ ਮਰਜ਼ੀ ਸਮਝਾ ਦੇਵੋ, ਜਿੰਨਾ ਮਰਜ਼ੀ ਦੱਸ ਦੇਵੋ, ਉਹ ਰਾਹ ਨਹੀਂ ਲੱਭ ਸਕਦਾ। ਜਿੰਨਾ ਚਿਰ ਤੱਕ ਕੋਈ ਸੱਚਾ ਇਨਸਾਨ, ਕੋਈ ਭਲਾ ਪੁਰਸ਼ ਉਸ ਅੰਨੇ ਇਨਸਾਨ ਦਾ ਹੱਥ ਫੜ ਕੇ ਆਪ ਨਾ ਰਸਤੇ ਵਿੱਚ ਦੀ ਲੈ ਜਾਵੇ, ਉਹਨਾਂ ਚਿਰ ਉਸ ਅੰਨੇ ਇਨਸਾਨ ਨੂੰ ਰਸਤਾ ਲੱਭ ਨਹੀਂ ਸਕਦਾ। ਤਾਂ ਤੇ ਹੇ ਇਨਸਾਨ, ਹੇ ਜੀਵ, ਤੂੰ ਵੀ ਉਸ ਪ੍ਰਭੂ ਦਾ, ਉਸ ਵਾਹਿਗੁਰੂ ਦਾ ਪੱਲਾ ਫੜ, ਉਸ ਦਾ ਹੱਥ ਫੜ, ਜਿਸ ਨੇ ਅਖੀਰ ਤੱਕ ਤੇਰੇ ਨਾਲ ਰਹਿਣਾ ਹੈ, ਤੇਰੀ ਅੰਗ ਸੰਗ ਸਹਾਇਤਾ ਕਰਨੀ ਹੈ। ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਹੁਣ ਇੱਥੇ ਮਹਾਰਾਜ ਇੱਕ ਬੋਲੇ ਇਨਸਾਨ ਦਾ ਉਦਾਹਰਨ ਦੇ ਕੇ ਸਮਝਾਉਂਦੇ ਹਨ ਕਿ ਜੇਕਰ ਬੋਲੇ ਇਨਸਾਨ ਨੂੰ ਬੋਲ ਕੇ ਸਮਝਾਇਆ ਜਾਵੇ ਕਿ ਹੁਣ ਦਿਨ ਹੈ ਜਾਂ ਰਾਤ ਹੈ, ਬੋਲੇ ਇਨਸਾਨ ਨੂੰ ਜਿੰਨਾ ਚਿਰ ਇਸ਼ਾਰਾ ਕਰਕੇ ਨਾ ਸਮਝਾਇਆ ਜਾਵੇ, ਉਸਦੇ ਗੱਲ ਸਮਝ 'ਚ ਨਹੀਂ ਪੈਂਦੀ। ਕਹਾ ਬਿੰਸ ਪਦ ਗਾਵੈ ਗੁੰਗ, ਜਤਨ ਕਰੇ ਤਉ ਭੀ ਸੁਰ ਭੰਗ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ, ਜਿਵੇਂ ਕਿਸੇ ਗੁੰਗੇ ਨੂੰ ਕਹਿ ਦਿੱਤਾ ਜਾਵੇ ਕਿ ਭਾਈ ਤੂੰ ਗਾਣਾ ਸੁਣਾ, ਕੋਈ ਕੀਰਤਨ ਕਰ, ਕੋਈ ਸੁਰ ਸੇੜ, ਉਹ ਕਿੰਨੇ ਵੀ ਲੱਖਾਂ ਯਤਨ ਕਰੇ ਤਾਂ ਵੀ ਉਹ ਸੁਰ ਨਹੀਂ ਪੂਰੀ ਕਰ ਸਕਦਾ, ਉਸਦੀ ਸੁਰ ਟੁੱਟੀ ਰਹਿੰਦੀ ਹੈ। ਜਿਵੇਂ ਕਹਾ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾ ਉਸ ਗਵਨ। ਜਿਵੇਂ ਕੋਈ ਲੰਗੜਾ ਇਨਸਾਨ, ਕੋਈ ਅਪਾਹਜ ਇਨਸਾਨ ਪਹਾੜਾਂ ਤੇ ਨਹੀਂ ਚੜ੍ਹ ਸਕਦਾ, ਪਹਾੜਾਂ ਤੇ ਨਹੀਂ ਘੁੰਮ ਸਕਦਾ। ਕਿਉਂਕਿ ਉੱਥੇ ਉਸਦੀ ਪਹੁੰਚ ਹੀ ਨਹੀਂ ਹੋ ਸਕਦੀ, ਜਾ ਹੀ ਨਹੀਂ ਸਕਦਾ ਵਿਚਾਰਾ। ਕਰਤਾਰ ਕਰੁਣਾਮੈ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾ ਰਹੇ ਹਨ ਕਿ ਦੇਖਣ ਨੂੰ ਤਾਂ ਇਹ ਸਭ ਗੱਲਾਂ ਅਨਹੋਣੀਆਂ ਲੱਗਦੀਆਂ ਨੇ, ਦੁਨੀਆ ਦੀ ਲੋਕਾਂ ਦੀ ਨਜ਼ਰ ਵਿੱਚ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਪਰ ਜੇਕਰ ਇਹ ਸਭ ਲੋਕ, ਇਹ ਇਨਸਾਨ ਮਿਲ ਕੇ ਮਨ ਵਿੱਚ ਸ਼ਰਧਾ ਧਾਰ ਕੇ ਉਸ ਵਾਹਿਗੁਰੂ ਅੱਗੇ ਅਰਦਾਸ ਕਰਨ, ਉਸ ਕਰਤਾਰ ਦਾ, ਉਸ ਵਾਹਿਗੁਰੂ ਦਾ ਸਿਮਰਨ ਕਰਨ, ਨਿਮਾਣੇ ਹੋ ਕੇ ਦਾਸ ਬਣ ਕੇ ਬੇਨਤੀਆਂ ਕਰਨ, ਤਾਂ ਉਸ ਵਾਹਿਗੁਰੂ ਦੀ, ਉਸ ਪ੍ਰਭੂ ਦੀ ਕਿਰਪਾ ਨਾਲ ਇਹ ਸਭ ਕੁਝ ਹੋ ਸਕਦਾ ਹੈ। ਇਹ ਤਰ ਸਕਦੇ ਹਨ, ਲੰਗੜਾ ਪਹਾੜਾਂ ਤੇ ਚੜ੍ਹ ਸਕਦਾ ਹੈ, ਗੂੰਗਾ ਸੁਰ ਗਾ ਸਕਦਾ ਹੈ, ਭੋਲੇ ਮਨੁੱਖ ਨੂੰ ਸੁਣਾਈ ਦੇਣ ਲੱਗ ਜਾਂਦਾ ਹੈ,
ਅਤੇ ਅੰਨੇ ਰਸਤਿਆਂ ਨੂੰ ਵੀ ਰਾਹ ਲੱਭ ਜਾਂਦੇ ਹਨ, ਜੇਕਰ ਉਹ ਵਾਹਿਗੁਰੂ ਕਿਰਪਾ ਕਰੇ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾ ਸਿਓ ਪ੍ਰੀਤ। ਗੁਰੂ ਜੀ ਦੱਸਦੇ ਹਨ ਕਿ ਜੋ ਵਾਹਿਗੁਰੂ, ਜੋ ਪ੍ਰਭੂ ਇਸ ਮੂਰਖ ਇਨਸਾਨ ਦਾ ਸੰਗੀ ਸਾਥੀ ਹੈ, ਉਸ ਦਾ ਸਹਾਰਾ ਹੈ, ਉਸ ਦਾ ਦੋਸਤ ਮਿੱਤਰ ਹੈ, ਉਸ ਵਾਹਿਗੁਰੂ ਨੂੰ ਇਹ ਚੇਤੇ ਨਹੀਂ ਕਰਦਾ, ਉਸ ਨੂੰ ਯਾਦ ਨਹੀਂ ਕਰਦਾ। ਪਰ ਜੋ ਇਸ ਦਾ ਵੈਰੀ ਹੈ, ਇਸ ਦੇ ਦੁਸ਼ਮਣ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨਾਲ ਇਸ ਇਨਸਾਨ ਨੇ ਪਿਆਰ ਪਾ ਲਿਆ ਹੈ, ਉਹਨਾਂ ਨੂੰ ਤਾਂ ਇੱਕ ਪਲ ਵੀ ਨਹੀਂ ਵਿਸਾਰਦਾ। ਪਰ ਜੋ ਇਸ ਦਾ ਸਾਥੀ ਹੈ, ਉਸ ਨੂੰ ਇਹ ਇਨਸਾਨ ਯਾਦ ਹੀ ਨਹੀਂ ਕਰਦਾ। ਬਲੂਆ ਕੈ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਇਹ ਇਨਸਾਨ, ਵਾਹਿਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਰੇਤ ਦੇ ਘਰ ਵਿੱਚ ਰਹਿੰਦਾ ਹੈ। ਕਹਿਣ ਦਾ ਭਾਵ ਇਹ ਸਰੀਰ ਇੱਕ ਕੱਚੀ ਰੇਤ ਦਾ ਕੱਚਾ ਘਰ ਹੈ, ਤੇ ਹਰ ਰੋਜ਼ ਸਮੇਂ ਦੇ ਨਾਲ ਛਿਨ ਕਰਕੇ, ਹੌਲੀ ਹੌਲੀ ਕਰਕੇ, ਜਿਵੇਂ ਰੇਤ ਦੇ ਕਿਣਕੇ ਘਿਰਦੇ ਹਨ, ਉਸੇ ਤਰ੍ਹਾਂ ਹੀ ਇੱਕ ਇੱਕ ਦਿਨ ਕਰਕੇ ਇਹ ਸਰੀਰ ਦੀ ਉਮਰ ਵੀ ਬੀਤਦੀ ਜਾਂਦੀ ਹੈ, ਦਿਨ ਲੰਘਦੇ ਜਾਂਦੇ ਹਨ। ਭਾਵ ਉਮਰ ਬੀਤਦੀ ਜਾਂਦੀ ਹੈ, ਮਾੜੇ ਕੰਮਾਂ ਵਿੱਚ ਲੱਗਿਆ ਰਹਿੰਦਾ ਹੈ ਰੇਤ ਦੇ ਕਿਣਕਿਆਂ ਵਾਂਗ। ਪਰ ਫਿਰ ਵੀ ਮਾਇਆ ਦੀ ਮਸਤੀ ਵਿੱਚ ਇਹ ਇਨਸਾਨ ਮੌਜਾਂ ਮਾਣਦਾ ਹੈ, ਆਨੰਦ ਮਾਣਦਾ ਹੈ, ਵਾਹਿਗੁਰੂ ਨੂੰ ਯਾਦ ਨਹੀਂ ਕਰਦਾ। ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ, ਕਾਲ ਨ ਆਵੈ ਮੂੜੈ ਚੀਤ। ਆਪਣੇ ਆਪ ਨੂੰ ਇਹ ਇਨਸਾਨ ਅਮਰ ਸਮਝੀ ਬੈਠਾ ਹੈ, ਮਨ ਵਿੱਚ ਮੌਤ ਦਾ ਕਦੇ ਖਿਆਲ ਨਹੀਂ ਲਿਆਉਂਦਾ। ਇਹ ਸੋਚਦਾ ਹੀ ਨਹੀਂ ਕਿ ਮੈਂ ਇੱਕ ਦਿਨ ਮਰ ਜਾਣਾ ਹੈ, ਮੈਂ ਚਲੇ ਜਾਣਾ ਹੈ। ਮਨ ਵਿੱਚ ਇਸ ਦੇ ਇਹੀ ਯਕੀਨ ਹੈ ਕਿ ਮੈਂ ਸਦਾ ਹੀ ਇੱਥੇ ਰਹਾਂਗਾ, ਹੋਰ ਜਾਂਦੇ ਆ ਤਾਂ ਜਾਣ ਦਿਓ। ਇਹ ਮੂਰਖ ਮਨ ਵਿੱਚ ਕਦੇ ਮੌਤ ਦਾ ਖਿਆਲ ਹੀ ਨਹੀਂ ਲਿਆਉਂਦਾ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹ ਲੋਭ ਧਰੋਹ। ਇਹ ਇਨਸਾਨ ਬੈਰ ਵਿਰੋਧ ਦੇ, ਕਾਮ ਗੁੱਸਾ ਮੋਹ ਝੂਠ ਦੇ ਬੰਧਨਾਂ ਦੇ ਰਸਤੇ ਤੇ ਚੱਲ ਕੇ ਭਾਰੀ ਲਾਲਚ ਤੇ ਦਗੇਬਾਜ਼ੀ ਵਿੱਚ ਰਸਤੇ ਤੇ ਪੈ ਜਾਂਦਾ ਹੈ। ਯਾਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ। ਇਸ ਰਸਤੇ ਤੇ ਚੱਲ ਕੇ ਇਸ ਇਨਸਾਨ ਨੇ ਆਪਣੇ ਕਈ ਜਨਮ ਗੁਜ਼ਾਰ ਦਿੱਤੇ ਹਨ। ਕਈ ਜਨਮਾਂ ਤੋਂ ਇਹ ਇਸੇ ਤਰ੍ਹਾਂ ਹੀ ਕਰਦਾ ਆ ਰਿਹਾ ਹੈ। ਇਸ ਇਨਸਾਨ ਨੂੰ ਇਹ ਮਾੜੇ ਕਰਮ ਕਰਦਿਆਂ ਕਈ ਜਨਮ ਗੁਜ਼ਰ ਗਏ ਹਨ। ਕਈ ਜਨਮਾਂ ਤੋਂ ਇਹ ਇਸੇ ਤਰ੍ਹਾਂ ਹੀ ਕਾਮ ਕ੍ਰੋਧ ਲੋਭ ਮੋਹ ਦੇ ਚੱਕਰਾਂ ਵਿੱਚ ਫਸਿਆ ਹੋਇਆ ਇਨਸਾਨ ਹੈ। ਤਾਂ ਤੇ ਗੁਰੂ ਜੀ ਫਰਮਾਉਂਦੇ ਹਨ ਕਿ ਇਸ ਜੀਵ ਵਾਸਤੇ, ਇਸ ਵਿਚਾਰੇ ਇਨਸਾਨ ਵਾਸਤੇ, ਮਨਮੁਖ ਲੋਕਾਂ ਵਾਸਤੇ ਉਸ ਵਾਹਿਗੁਰੂ ਦੇ ਦਰ ਤੇ, ਪ੍ਰਭੂ ਦੇ ਦਰ ਤੇ ਅਰਦਾਸ ਕੀਤੀ ਜਾਵੇ ਕਿ ਉਹ ਆਪਣੀ ਮਿਹਰ ਕਰਕੇ ਇਹਨਾਂ ਨੂੰ ਬਚਾ ਲੈਣ, ਇਸ ਜੀਵ ਨੂੰ ਬਚਾ ਲਵੋ ਵਾਹਿਗੁਰੂ ਜੀ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਗੁਰੂ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ, ਹੇ ਪ੍ਰਭੂ ਜੀ, ਤੁਸੀਂ ਮਾਲਕ ਹੋ। ਸਾਡੇ ਜੀਵਾਂ ਦੇ, ਸਾਡੇ ਲੋਕਾਂ ਦੀ ਅਰਦਾਸ ਬੇਨਤੀ ਸਿਰਫ ਤੇਰੇ ਅੱਗੇ ਹੀ ਹੈ। ਇਹ ਜੋ ਸਰੀਰ, ਇਹ ਜੋ ਸਵਾਸ, ਇਹ ਜੋ ਜਾਨ ਸਾਨੂੰ ਤੁਸੀਂ ਬਖਸ਼ੀ ਹੈ, ਇਹ ਸਭ ਕੁਝ ਤੁਸੀਂ ਸਾਨੂੰ ਦਿੱਤਾ ਹੈ। ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੈ। ਗੁਰੂ ਜੀ ਕਥਨ ਕਰਦੇ ਹਨ ਕਿ ਹੇ ਵਾਹਿਗੁਰੂ ਜੀ, ਤੁਸੀਂ ਵੀ ਸਾਡੇ ਮਾਂ ਅਤੇ ਪਿਓ ਹੋ। ਅਸੀਂ ਤੁਹਾਡੇ ਬੱਚੇ ਹਾਂ, ਤੁਹਾਡੇ ਬਾਲ ਹਾਂ। ਤੁਹਾਡੀ ਮਿਹਰ ਸਦਕਾ ਹੀ ਵਾਹਿਗੁਰੂ ਜੀ, ਤੁਹਾਡੀ ਕਿਰਪਾ ਸਦਕਾ ਹੀ ਅਸੀਂ ਬੇਅੰਤ ਸੁੱਖਾਂ ਵਿੱਚ ਹਾਂ, ਬੇਅੰਤ ਆਨੰਦ ਮਾਣਦੇ ਹਾਂ। ਕੋਈ ਨਾ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਇਹ ਵਾਹਿਗੁਰੂ ਜੀ, ਤੇਰਾ ਕੋਈ ਅੰਤ ਨਹੀਂ ਪਾ ਸਕਦਾ, ਕਿਉਂਕਿ ਤੁਸੀਂ ਸਭ ਤੋਂ ਉੱਚੇ ਹੋ, ਉੱਚਿਆਂ ਤੋਂ ਉੱਚੇ ਭਗਵਾਨ ਹੋ। ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਹੇ ਵਾਹਿਗੁਰੂ ਜੀ, ਇਹ ਸਾਰਾ ਸੰਸਾਰ, ਇਹ ਸਾਰਾ ਜਗਤ ਅਤੇ ਇਹ ਸਾਰੇ ਪਦਾਰਥ, ਇਹ ਸਭ ਕੁਝ ਤੇਰੇ ਹੁਕਮ ਵਿੱਚ ਹੀ ਚੱਲਦੇ ਹਨ, ਤੇਰੇ ਹੁਕਮ ਵਿੱਚ ਹੀ ਟਿਕੇ ਹੋਏ ਹਨ। ਇਹ ਸਾਰੀ ਸ੍ਰਿਸ਼ਟੀ ਤੁਹਾਡੀ ਆਗਿਆ ਵਿੱਚ ਹੀ ਚੱਲਦੀ ਹੈ ਅਤੇ ਇਸ ਸਾਰੀ ਸ੍ਰਿਸ਼ਟੀ ਨੂੰ, ਇਸ ਦੁਨੀਆ ਨੂੰ ਤੁਸੀਂ ਬਣਾਇਆ ਵੀ ਆਪ ਹੀ ਹੈ, ਬਣਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾ ਰਹੇ ਹਨ ਕਿ ਉਹ ਵਾਹਿਗੁਰੂ ਕਿੱਡਾ ਵੱਡਾ ਹੈ। ਉਸ ਵਾਹਿਗੁਰੂ ਦੀ ਮਹਿਮਾ ਨੂੰ ਕੋਈ ਹੋਰ ਨਹੀਂ ਜਾਣਦਾ, ਉਹ ਸਿਰਫ ਆਪ ਹੀ ਆਪਣੇ ਆਪ ਨੂੰ ਜਾਣਨ ਵਾਲਾ ਹੈ। ਤਾਂ ਤੇ ਹੇ ਪ੍ਰਭੂ, ਤੇਰੇ ਸੇਵਕ, ਤੇਰੇ ਭਗਤ, ਤੇਰੇ ਸੰਤ, ਤੇਰੇ ਦਾਸ ਇੱਥੋਂ ਸਦਾ ਹੀ ਬਲਿਹਾਰੇ ਜਾਂਦੇ ਹਨ ਤੇ ਇੱਥੋਂ ਸਦਕੇ ਜਾਂਦੇ ਹਨ।